ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ। ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ 12 ਸਾਲ ਗੁਰੂ ਨਾਨਕ ਦੇ ਘਰ ਦੀ ਗੋਲੇ ਬਣ ਕੇ ਸੇਵਾ ਕੀਤੀ। ਫਿਰ ਉਹਨਾਂ ਨੂੰ ਕੀ ਮਿਲਿਆ? ਸਾਰੀ ਦੁਨੀਆ ਨੂੰ ਤਾਰਨ ਵਾਲੀ ਅਣਮੁੱਲੀ ਗੁਰਗੱਦੀ ਦੇ ਮਾਲਕ ਹੀ ਬਣ ਗਏ। ਸਮਾਂ ਪਿਆ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੋਤੀ ਜੋਤ ਸਮਾ ਗਏ। ਗੁਰੂ ਅਮਰਦਾਸ ਪਾਤਸ਼ਾਹ ਦੀਵਾਨ ਵਿੱਚ ਸਮਾਧੀ ਲਾ ਕੇ ਬੈਠੇ ਹਨ। ਰੱਬੀ ਕੀਰਤਨ ਹੋ ਰਿਹਾ ਹੈ। ਰੱਬ ਆਪਣੇ ਪਿਆਰਿਆਂ ਨਾਲ ਖੇਲ ਕਰਦਾ ਹੈ। ਗੁਰੂ ਅੰਗਦ ਸਾਹਿਬ ਪਾਤਸ਼ਾਹ ਦਾ ਇੱਕ ਚੋਜ ਵਰਤਿਆ। ਦੂਸਰੇ ਪਾਤਸ਼ਾਹ ਦੇ ਸਾਹਿਬਜ਼ਾਦੇ ਦਰਬਾਰ ਵਿੱਚ ਆ ਗਏ। ਉਹਨਾਂ ਨੇ ਦੇਖਿਆ ਕਿ ਦਰਬਾਰ ਵਿੱਚ ਚੜਾਵਾ ਬਹੁਤ ਜ਼ਿਆਦਾ ਚੜਿਆ ਹੋਇਆ ਹੈ। ਜੇ ਗੱਦੀ ਸਾਡੇ ਕੋਲ ਹੁੰਦੀ ਤਾਂ ਚੜਾਵਾ ਸਾਡੇ ਕੰਮ ਆਉਣਾ ਸੀ। ਗੁਰੂ ਅੰਗਦ ਸਾਹਿਬ ਪਾਤਸ਼ਾਹ ਦੇ ਸਪੁੱਤਰ ਨੂੰ ਇੰਨਾ ਕ੍ਰੋਧ ਆਇਆ ਕਿ ਉਹਨਾਂ ਨੇ ਤੀਸਰੇ ਪਾਤਸ਼ਾਹ ਦੇ ਦੀਵਾਨ ਵਿੱਚ ਆਸਣ ਦੇ ਪਿੱਛੋਂ ਦੇ ਜਾ ਕੇ ਕਮਰ ਵਿੱਚ ਜ਼ੋਰ ਦੀ ਲੱਤ ਮਾਰੀ। ਤੀਸਰੇ ਪਾਤਸ਼ਾਹ ਸਮਾਧੀ ਵਿੱਚ ਬੈਠੇ ਸਨ। ਜਦੋਂ ਉਹਨਾਂ ਨੇ ਆ ਕੇ ਲੱਤ ਮਾਰੀ ਤਾਂ ਗੁਰੂ ਅਮਰਦਾਸ ਪਾਤਸ਼ਾਹ ਪਲੰਗ ਤੋਂ ਹੇਠਾਂ ਡਿੱਗ ਪਏ। ਸਤਿਗੁਰੂ ਜਲਦੀ ਨਾਲ ਜ਼ਮੀਨ ਤੋਂ ਉੱਠੇ ਅਤੇ ਸੰਗਤਾਂ ਨੂੰ ਬਚਨ ਕਰਨ ਲੱਗੇ। ਭਾਈ, ਮੇਰੇ ਨਾਲ ਐਵੇਂ ਹੀ ਹੋਣੀ ਚਾਹੀਦੀ ਸੀ। ਨਿਮਰਤਾ ਦੇ ਪੁੰਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਮੈਂ ਇਹਨਾਂ ਦੇ ਘਰ ਦਾ ਖਾ ਕੇ ਲੂਣ ਹਰਾਮ ਕੀਤਾ ਹੈ। ਗੁਰੂ ਜੀ ਦੇ ਹੋਣ ਪੁੱਤਰ ਤੇ ਮੈਂ ਪਲੰਗ ਤੇ ਬੈਠਾ ਹੋਵਾਂ। ਮੈਂ ਇਹਨਾਂ ਦਾ ਸਤਿਕਾਰ ਨਹੀਂ ਕੀਤਾ, ਇਸ ਲਈ ਮੈਨੂੰ ਇਹ ਸਜ਼ਾ ਮਿਲਣੀ ਹੀ ਚਾਹੀਦੀ ਸੀ। ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਲੰਮੇ ਪੈ ਗਏ ਅਤੇ ਉਹਨਾਂ ਦੇ ਚਰਨ ਨੂੰ ਘੁੱਟਣ ਲੱਗੇ। ਨਾਲ ਨਾਲ ਕਹਿਣ ਲੱਗੇ, ਆਪ ਜੀ ਦੇ ਕੋਮਲ ਚਰਨਾਂ ਨੂੰ ਮੇਰੇ ਵੱਡੇ ਵੱਡੇ ਹੱਡਾਂ ਕਾਰਨ ਚੋਟ ਨਾ ਲੱਗ ਗਈ ਹੋਵੇ। ਦੂਸਰੇ ਪਾਤਸ਼ਾਹ ਦੇ ਸਾਹਿਬਜ਼ਾਦੇ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ, ਤੁਸੀਂ ਇੱਥੋਂ ਨਿਕਲ ਜਾਓ, ਗੁਰਗੱਦੀ ਤੇ ਸਾਡਾ ਹੱਕ ਹੈ। ਸਤਿਗੁਰੂ ਕਹਿੰਦੇ ਜੀ ਸਤ ਬਚਨ। ਸੰਗਤਾਂ ਕਹਿਣ ਲੱਗੀਆਂ, ਨਹੀਂ ਮਹਾਰਾਜ, ਅਸੀਂ ਆਪ ਜੀ ਨੂੰ ਜਾਣ ਨਹੀਂ ਦੇਣਾ। ਸਤਿਗੁਰੂ ਜੀ ਨੇ ਮਾਇਆ ਦੀ ਪੰਡ ਬੰਨ ਲਈ ਅਤੇ ਇੱਕ ਘੋੜੀ ਮੰਗਵਾ ਲਈ। ਘੋੜੀ ਮੰਗਵਾ ਕੇ ਗੁਰੂ ਜੀ ਸਾਹਿਬਜ਼ਾਦੇ ਨੂੰ ਬੇਨਤੀ ਕਰਨ ਲੱਗੇ ਕਿ ਰੌਲਾ ਮਾਇਆ ਦਾ ਹੀ ਹੈ, ਆ ਲਓ ਮਾਇਆ। ਗੁਰੂ ਜੀ ਨੇ ਉਹਨਾਂ ਨੂੰ ਮਾਇਆ ਦੇ ਕੇ ਘੋੜੀ ਤੇ ਬਿਠਾ ਕੇ ਨਮਸਕਾਰ ਕਰਕੇ ਸਤਿਕਾਰ ਸਹਿਤ ਵਿਦਾ ਕੀਤਾ। ਜਦੋਂ ਸ਼ਾਮ ਦੇ ਦੀਵਾਨ ਵਿੱਚ ਗੁਰੂ ਜੀ ਬਿਰਾਜਮਾਨ ਸਨ, ਉਸ ਸਮੇਂ ਗੁਰੂ ਜੀ ਸੋਚਣ ਲੱਗੇ ਕਿ ਮਾਇਆ ਖਾਤਰ ਤਾਂ ਗੁਰੂ ਜੀ ਦੇ ਸਾਹਿਬਜ਼ਾਦੇ ਫਿਰ ਵੀ ਆਉਣਗੇ। ਨਾਲੇ ਉਹਨਾਂ ਨੇ ਕਿਹਾ ਸੀ ਕਿ ਇੱਥੋਂ ਨਿਕਲ ਜਾਓ ਅਤੇ ਅਸੀਂ ਸਤ ਬਚਨ ਕਿਹਾ ਸੀ। ਹੁਣ ਗੱਲ ਤਾਂ ਹੈ ਜੇ ਬਚਨ ਕਮਾਇਆ ਜਾਵੇ, ਭਾਵ ਇੱਥੋਂ ਚਲੇ ਜਾਈਏ, ਪਰ ਸੰਗਤ ਜਾਣ ਨਹੀਂ ਦਿੰਦੀ। ਸ਼ਾਮ ਦੇ ਦੀਵਾਨ ਦੀ ਜਦੋਂ ਸਮਾਪਤੀ ਹੋਈ ਤਾਂ ਗੁਰੂ ਜੀ ਨੇ ਸਭ ਦੀ ਅਲੱਗ-ਅਲੱਗ ਡਿਊਟੀ ਲਗਾ ਦਿੱਤੀ। ਫਿਰ ਗੁਰੂ ਜੀ ਸੋਚਣ ਲੱਗੇ ਕਿ ਆਪਾਂ ਘਰ-ਬਾਰ ਛੱਡਿਆ, ਗੁਰੂ ਜੀ ਦੀ ਗਾਗਰ ਦੀ ਸੇਵਾ ਕੀਤੀ, ਆਪਾਂ ਗੱਦੀਆਂ ਤੋਂ ਕੀ ਲੈਣਾ ਹੈ? ਇੰਨਾ ਆਨੰਦ ਤਾਂ ਗੱਦੀ ਵਿੱਚ ਨਹੀਂ ਜਿੰਨਾ ਗਾਗਰ ਦੀ ਸੇਵਾ ਵਿੱਚ ਆਇਆ। ਰਾਤ ਨੂੰ 12:15 ਵਜੇ ਗੁਰੂ ਜੀ ਉੱਥੋਂ ਨਿਕਲ ਗਏ ਅਤੇ ਆਪਣੇ ਪਿੰਡ ਬਾਸਰ ਕੇ ਚਲੇ ਗਏ। ਪਹਿਲਾਂ ਜਿਸ ਸਮੇਂ ਗੁਰੂ ਜੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੀ ਸੇਵਾ ਕਰਦੇ ਸਨ, ਉਸ ਸਮੇਂ ਖੇਤ ਕੋਠਾ ਪਾਇਆ ਹੋਇਆ ਸੀ, ਜਿਸ ਵਿੱਚ ਕਦੇ-ਕਦੇ ਗੁਰੂ ਅਮਰਦਾਸ ਪਾਤਸ਼ਾਹ ਸਮਾਧੀ ਲਾ ਕੇ ਬੈਠਿਆ ਕਰਦੇ ਸਨ। ਹੁਣ ਵੀ ਪਾਤਸ਼ਾਹ ਉੱਥੇ ਖੇਤ ਹੀ ਚਲੇ ਗਏ। ਅੰਦਰ ਕਮਰੇ ਵਿੱਚ ਬੈਠ ਗਏ ਅਤੇ ਬਾਹਰ ਕਮਰੇ ਦੇ ਦਰਵਾਜ਼ੇ ਦੇ ਤਖਤਿਆਂ ਤੇ ਕੋਲੇ ਦੇ ਨਾਲ ਲਿਖ ਦਿੱਤਾ ਕਿ ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੋਵੇਗਾ
ਜਿਹੜਾ ਇਸ ਬਾਰ ਨੂੰ ਖੋਲੇਗਾ ਉਸ ਨੂੰ ਸੱਚਖੰਡ ਦਰਗਾਹ ਵਿੱਚ ਕੋਈ ਥਾਂ ਨਹੀਂ ਮਿਲੇਗਾ। ਗੁਰੂ ਜੀ ਅੰਦਰੋਂ ਦਰਵਾਜ਼ਾ ਬੰਦ ਕਰਕੇ ਸਮਾਧੀ ਲਾ ਕੇ ਬੈਠ ਗਏ। ਜਦੋਂ ਸਵੇਰੇ ਸੰਗਤ ਅਤੇ ਰਾਗੀ ਆਸਾ ਦੀ ਵਾਰ ਦੇ ਸਮੇਂ ਆਈ ਤਾਂ ਗੁਰੂ ਜੀ ਦਾ ਕਮਰਾ ਖਾਲੀ ਦੇਖ ਕੇ ਹੈਰਾਨ ਹੋ ਗਏ। ਸਭ ਨੂੰ ਭਾਜੜਾਂ ਪੈ ਗਈਆਂ ਕਿ ਸਤਿਗੁਰ ਕਿੱਧਰ ਗਏ। ਕੋਈ ਕੁਝ ਕਹੇ ਤੇ ਕੋਈ ਕੁਝ। ਸਭ ਲੱਗੇ ਇੱਧਰ ਉੱਧਰ ਭਾਲ ਕਰਨ, ਪਰ ਗੁਰੂ ਜੀ ਨਾ ਲੱਭੇ। 24 ਘੰਟਿਆਂ ਦਾ ਸਮਾਂ ਬੀਤ ਗਿਆ। ਸਭ ਸੰਗਤਾਂ ਵਿੱਚ ਰੌਲਾ ਪੈ ਗਿਆ, ਪਰ ਗੁਰੂ ਜੀ ਨਾ ਮਿਲੇ। ਫਿਰ ਸੰਗਤ ਵਿੱਚੋਂ ਸੋਚਦਿਆਂ ਕੁਝ ਪ੍ਰੇਮੀ ਕਹਿਣ ਲੱਗੇ ਕਿ ਬਾਬਾ ਬੁੱਢਾ ਜੀ ਕੋਲ ਚੱਲਦੇ ਹਾਂ। ਤੀਸਰੇ ਪਾਤਸ਼ਾਹ ਬਾਬਾ ਬੁੱਢਾ ਜੀ ਕੋਲ ਹੀ ਹੋਣਗੇ। ਫਿਰ ਸਭ ਸੰਗਤਾਂ ਬਾਬਾ ਬੁੱਢਾ ਜੀ ਕੋਲ ਪਹੁੰਚੀਆਂ ਤੇ ਜਾ ਕੇ ਬਾਬਾ ਜੀ ਨੂੰ ਸਾਰੀ ਵਿਥਿਆ ਸੁਣਾਈ। ਬਾਬਾ ਜੀ ਨੇ ਗੁਰੂ ਜੀ ਦੇ ਆਸਣ ਵਾਲੇ ਕਮਰੇ ਵਿੱਚ ਆ ਕੇ ਨਮਸਕਾਰ ਕੀਤੀ ਤੇ ਬੈਰਾਗ ਕਰਨ ਲੱਗੇ। ਫਿਰ ਸੰਗਤਾਂ ਵਿੱਚ ਕਹਿਣ ਲੱਗੇ ਕਿ ਸਾਨੂੰ ਤਾਂ ਕੁਝ ਨਹੀਂ ਪਤਾ, ਗੁਰੂ ਜੀ ਕਿੱਥੇ ਹਨ। ਸੰਗਤਾਂ ਹੱਥ ਜੋੜ ਕੇ ਬੇਨਤੀਆਂ ਕਰਨ ਲੱਗੀਆਂ ਕਿ ਬਾਬਾ ਜੀ ਤੁਸੀਂ ਕਿਰਪਾ ਕਰੋ, ਗੁਰੂ ਜੀ ਨੂੰ ਲੱਭਣ ਸਾਡੇ ਨਾਲ ਚੱਲੋ। ਬਾਬਾ ਜੀ ਜਦੋਂ ਤੁਰਨ ਲੱਗੇ ਤਾਂ ਇੱਕਦਮ ਹੀ ਰੁਕ ਕੇ ਬਚਨ ਕੀਤਾ ਕਿ ਗੁਰੂ ਜੀ ਦੀ ਘੋੜੀ ਖੜੀ ਹੈ, ਆਓ ਆਪਾਂ ਸਾਰੇ ਅਰਦਾਸ ਕਰੀਏ। ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਅਤੇ ਘੋੜੀ ਦਾ ਰੱਸਾ ਖੋਲਿਆ ਤੇ ਹੱਥ ਵਿੱਚ ਫੜ ਲਿਆ। ਅੱਗੇ ਅੱਗੇ ਗੁਰੂ ਜੀ ਦੀ ਘੋੜੀ ਜਾ ਰਹੀ ਹੈ ਤੇ ਪਿੱਛੇ ਪਿੱਛੇ ਸਾਰੀ ਸੰਗਤ ਜਾ ਰਹੀ ਹੈ। ਆਖਿਰ ਘੋੜੀ ਬਾਸਰ ਕੇ ਪਿੰਡ, ਜਿੱਥੇ ਗੁਰੂ ਜੀ ਸਮਾਧੀ ਲਾ ਕੇ ਬੈਠੇ ਸਨ, ਉੱਥੇ ਜਾ ਰੁਕੀ। ਜਦੋਂ ਸੰਗਤ ਉੱਥੇ ਪਹੁੰਚੀ ਤਾਂ ਬਾਬਾ ਬੁੱਢਾ ਜੀ ਨੇ ਦੇਖਿਆ ਕਿ ਤਖਤਿਆਂ ਤੇ ਲਿਖਿਆ ਹੋਇਆ ਹੈ ਕਿ ਜਿਹੜਾ ਸਾਡਾ ਬਾਰ ਖੋਲੇਗਾ ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੋਵੇਗਾ, ਉਸ ਨੂੰ ਸੱਚਖੰਡ ਵਿੱਚ ਥਾਂ ਨਹੀਂ ਮਿਲੇਗਾ। ਸਾਰੀ ਸੰਗਤ ਰੁਕ ਗਈ ਕਿ ਆਪਾਂ ਤਾਂ ਸਿੱਖ ਬਣਨਾ ਹੈ। ਫਿਰ ਬਾਬਾ ਜੀ ਨੂੰ ਬੇਨਤੀ ਕੀਤੀ, ਜੀ ਤੁਸੀਂ ਕਿਰਪਾ ਕਰੋ, ਜੇ ਬਾਬਾ ਬੁੱਢਾ ਜੀ ਵਰਗੇ ਬ੍ਰਹਮ ਗਿਆਨੀ ਵਿਚੋਲੇ ਬਣ ਜਾਣ ਤਾਂ ਸਭ ਸੰਗਤਾਂ ਦਾ ਉਧਾਰ ਹੋ ਜਾਂਦਾ ਹੈ। ਹੁਣ ਬਾਬਾ ਬੁੱਢਾ ਜੀ ਕਹਿਣ ਲੱਗੇ, ਇੱਕ ਸੱਬਲ ਲੈ ਕੇ ਆਓ। ਪਰ ਸੱਬਲ ਲੈਣ ਕੋਈ ਨਾ ਗਿਆ। ਸੰਗਤ ਕਹਿੰਦੀ, ਜੇ ਸੱਬਲ ਲਿਆ ਕੇ ਤਖਤਾ ਪੱਟੋਗੇ, ਬਾਰ ਖੋਲਾਂਗੇ ਤਾਂ ਸਾਨੂੰ ਸ਼ਰਾਪ ਲੱਗੇਗਾ। ਬਾਬਾ ਬੁੱਢਾ ਜੀ ਆਪ ਹੀ ਜਾ ਕੇ ਸੱਬਲ ਲੈ ਕੇ ਆਏ। ਸੰਗਤ ਰੋਕੇ ਕਿ ਬਾਬਾ ਜੀ, ਗੁਰੂ ਜੀ ਕੋਈ ਬਚਨ ਨਾ ਕਰ ਦੇਣ। ਬਾਬਾ ਜੀ ਕਹਿੰਦੇ, ਆਪਾਂ ਬਾਰ ਖੋਲਣਾ ਹੀ ਨਹੀਂ, ਆਪਾਂ ਕਮਰੇ ਦੇ ਮਗਰਲੇ ਪਾਸੇ ਜਾ ਕੇ ਸੰਨ ਲਾਉਣਾ ਹੈ। ਫਿਰ ਬਾਬਾ ਜੀ ਨੇ ਕਮਰੇ ਦੇ ਮਗਰਲੇ ਪਾਸੇ ਜਾ ਕੇ ਸੰਨ ਲਾਇਆ ਅਤੇ ਉੱਥੋਂ ਦੀ ਅੰਦਰ ਜਾ ਕੇ ਸਮਾਧੀ ਸਥਿਤ ਬੈਠੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਤੇ ਜਾ ਮੱਥਾ ਟੇਕਿਆ। ਸਤਨਾਮ ਦਾ ਵਾਜਾ ਦਿੱਤਾ। ਸਤਿਗੁਰੂ ਜੀ ਨੇ ਨੇਤਰ ਖੋਲੇ ਤੇ ਬਾਬਾ ਬੁੱਢਾ ਜੀ ਨੂੰ ਬਚਨ ਕਰਨ ਲੱਗੇ, ਬਾਬਾ ਜੀ ਤੁਸੀਂ ਬਾਹਰ ਲਿਖਿਆ ਨਹੀਂ ਪੜਿਆ? ਬਾਬਾ ਜੀ ਕਹਿੰਦੇ, ਜੀ ਪੜਿਆ ਹੈ। ਗੁਰੂ ਜੀ ਕਹਿੰਦੇ, ਤਖਤਿਆਂ ਤੇ ਲਿਖਿਆ ਕਿ ਜਿਹੜਾ ਤਖਤੇ ਖੋਲ ਕੇ ਅੰਦਰ ਆਵੇਗਾ ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੋਵੇਗਾ। ਬਾਬਾ ਬੁੱਢਾ ਜੀ ਕਹਿੰਦੇ, ਗੁਰੂ ਜੀ ਤੁਹਾਡੇ ਲਿਖੇ ਨੂੰ ਅਸੀਂ ਬਿਲਕੁਲ ਵੀ ਨਹੀਂ ਹਿਲਾਇਆ, ਤੁਹਾਡਾ ਲਿਖਿਆ ਬਚਨ ਤਾਂ ਉਸੇ ਤਰ੍ਹਾਂ ਹੀ ਹੈ। ਅਸੀਂ ਤਾਂ ਪਾਤਸ਼ਾਹ ਚੋਰਾ ਵਾਂਗੂ ਮਗਰ ਦੀ ਪਾੜ ਲਾ ਕੇ ਅੰਦਰ ਆਏ ਹਾਂ। ਜਦੋਂ ਗੁਰੂ ਜੀ ਨੇ ਪਿੱਛੇ ਮੁੜ ਕੇ ਦੇਖਿਆ, ਪਿੱਛੋਂ ਚਾਨਣ ਆ ਰਿਹਾ ਸੀ, ਤਾਂ ਗੁਰੂ ਜੀ ਦੇ ਨੇਤਰਾਂ ਚੋਂ ਜਲ ਆ ਗਿਆ। ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਬੁੱਕਲ ਵਿੱਚ ਲਿਆ ਤੇ ਘੁੱਟ ਕੇ ਪਿਆਰ ਕੀਤਾ। ਹੁਣ ਗੁਰੂ ਜੀ ਬਾਬਾ ਬੁੱਢਾ ਜੀ ਨੂੰ ਬਚਨ ਕਰਨ ਲੱਗੇ ਕਿ ਜਿਹੜੇ ਸੰਨ ਦੇ ਵਿੱਚੋਂ ਲੰਘ ਕੇ ਤੁਸੀਂ ਸਾਡੇ ਦਰਸ਼ਨ ਕਰਨ ਆਏ ਹੋ, ਕੋਈ ਵੀ ਪਾਪੀ ਤੋਂ ਪਾਪੀ ਹੋਵੇ, ਕਿੱਡਾ ਵੀ ਗੁਨਾਹੀ ਹੋਵੇ, ਜਿਹੜਾ ਤੁਹਾਡੇ ਵਾਂਗੂ ਵੈਰਾਗ ਨਾਲ ਇੱਥੋਂ ਦੀ ਲੰਘ ਕੇ ਦਰਸ਼ਨ ਕਰੇਗਾ,
ਉਸ ਦੀ 84 ਕੱਟੀ ਜਾਇਆ ਕਰੇਗੀ। ਦੇਖੋ ਦਇਆ ਦੇ ਸਮੁੰਦਰ ਗੁਰੂ ਜੀ ਨੇ ਕਿੱਡਾ ਵੱਡਾ ਵਰ ਦਿੱਤਾ ਹੈ। ਹੁਣ ਦੁਨੀਆ ਸੋਚੇਗੀ ਕਿ ਗੁਰੂ ਅੰਗਦ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ ਤੀਸਰੇ ਪਾਤਸ਼ਾਹ ਦੇ ਲੱਤ ਮਾਰੀ। ਨਹੀਂ, ਇਹ ਗੁਰੂ ਜੀ ਦਾ ਹੀ ਚੋਜ ਸੀ। ਗੁਰੂ ਜੀ ਨੇ ਨਵਾਂ ਤੀਰਥ ਪ੍ਰਗਟ ਕਰਨਾ ਸੀ। ਸੋ ਅੱਜ ਵੀ ਗੁਰਦੁਆਰਾ ਸੰਨ ਸਾਹਿਬ ਜਾ ਕੇ ਸਾਰੇ ਜ਼ਰੂਰ ਹੀ ਉਸ ਸੰਨ ਦੇ ਵਿੱਚੋਂ ਦੀ ਲੰਘਦੇ ਹਨ, ਪਰ ਲੰਘਣਾ ਬਾਬਾ ਬੁੱਢਾ ਜੀ ਦੀ ਤਰ੍ਹਾਂ ਹੈ। ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ, ਕਿਉਂਕਿ ਸਾਡੇ ਜੋ ਗੁਰੂ ਸਾਹਿਬ ਹਨ ਉਹ ਜੁਗੋ ਜੁਗ ਅਟਲ ਹਨ ਤੇ ਉਹਨਾਂ ਦੀ ਰਸਨਾ ਦਾ ਬਚਨ ਵੀ ਜੁਗੋ ਜੁਗ ਅਟਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।